ओके तो हुण मैं थोड़ा जिहा तुहानूं +1 च लैके जाना। आपां एंगुलर वेलोसिटी +1 च पढ़ी सीगी ओमेगा इज इक्वल टू थीटा अपॉन टी हुंदी आ। ओमेगा दी वैल्यू हुंदी आ एंगुलर डिसप्लेसमेंट बाय टाइम टेकन। इत्थों तुसीं ओमेगा एंगुलर वेलोसिटी आ ते थीटा दी वैल्यू नूं आपां ओमेगा इंटू टी लिख सकदे आ। ठीक है, ओमेगा दी वैल्यू किन्नी हुंदी आ? ओमेगा एक सर्कल दा एंगल अपॉन जिन्ना उहनूं टाइम लग्या। ते एक सर्कल दे जे एंगल नूं तुसीं देखना होवे तां तुसीं समझदे हो उहनूं तां एंगल हुंदा हो 2 पाई, क्योंकि 360 नूं आपां 2 पाई लिख सकदे हां। ठीक है, बाय टाइम पीरियड कैपिटल टी। ਤਾਂ ਇੱਕ ਪੂਰਾ ਸਰਕਲ ਉਹਨੂੰ ਕਵਰ ਕਰਨ ਲਈ ਜਿੰਨਾ ਟਾਈਮ ਲੱਗਿਆ ਉਹ ਕੈਪੀਟਲ ਟੀ ਆ। ਸੋ ਕੈਪੀਟਲ ਟੀ ਇਜ਼ ਨਾਟ ਦਾ ਟਾਈਮ ਓਨਲੀ, ਇਟ ਇਜ਼ ਦਾ ਟਾਈਮ ਪੀਰੀਅਡ। 2 ਪਾਈ ਇੱਕ ਰੋਟੇਸ਼ਨ ਲਈ ਜਾਂ ਇੱਕ ਸਰਕਲ ਲਈ ਜਿੰਨਾ ਐਂਗਲ ਸਬਟੇਨ ਕੀਤਾ ਉਹਨੇ। ਠੀਕ ਹੈ, ਤਾਂ ਇਹ ਵੈਲਿਊ ਜੇ ਇੱਥੇ ਪੁੱਟ ਕਰਦਾ ਤਾਂ ਥੀਟਾ ਦੀ ਵੈਲਿਊ ਆ ਜਾਊ ਆਪਣੇ ਕੋਲ 2 ਪਾਈ ਅਪੋਨ ਕੈਪੀਟਲ ਟੀ ਇਨਟੂ ਸਮਾਲ ਟੀ। ਜਿਹੜਾ ਸਮਾਲ ਟੀ ਆ ਉਹਨੂੰ ਆਪਾਂ ਇੰਟਰਵਲ ਦੇ ਅਕੋਰਡਿੰਗ ਸਮਝਾਉਣਾ। ਹੁਣ ਸਮॉल टी ਨੂੰ ਆਪਾਂ 0 ਪੁੱਟ ਕਰ ਸਕਦੇ ਹੁੰਨੇ ਆ। ਠੀਕ ਹੈ, ਤੇ ਇੱਕ ਹੁਣ ਜਿਹੜੀ ਗੱਲ ਸਮਝਣੀ ਹੈ ਇਹਦੇ ਵਿੱਚ, ਆਹ ਕੁਆਡਰੈਂਟ ਤੁਸੀਂ 10th ਕਲਾਸ ਵੀ ਪੜਿਆ ਸੀਗਾ। ਫਰਸਟ ਕੁਆਡਰੈਂਟ, ਸੈਕੰਡ ਕੁਆਡਰੈਂਟ, ਥਰਡ ਕੁਆਡਰੈਂਟ, ਫੋਰਥ ਕੁਆਡਰੈਂਟ, ਰਾਈਟ। ਤੇ ਉਹਦੇ ਵਿੱਚੋਂ ਜੇ ਹੁਣ ਮੈਂ ਤੁਹਾਨੂੰ ਇੱਥੋਂ ਸ਼ੁਰੂ ਕਰਾਂ, ਇੱਥੋਂ ਤੋਂ ਲੈ ਕੇ ਇੱਥੇ ਤੱਕ 90 ਡਿਗਰੀ ਐਂਗਲ ਬਣ ਗਿਆ। ਫਿਰ 90 ਤੋਂ ਆ ਬਣ ਗਿਆ ਟੋਟਲ 180, ਇਹ ਬਣ ਗਿਆ 270 ਤੇ ਇਹ ਵਾਪਸ ਹੋ ਗਿਆ 360। ਤੇ ਇਹਦਾ ਮਤਲਬ ਪੂਰਾ ਇੱਕ ਸਰਕਲ ਜਿਹੜਾ ਗਾ ਉਹਨੂੰ ਕਵਰ ਕਰਨ ਲਈ ਟੋਟਲ ਐਂਗਲ ਜਿਹੜਾ ਬਣਦਾ ਦੈਟ ਇਜ਼ 360, ਰਾਈਟ। ਜੇ ਹੁਣ ਆਪਾਂ ਇਸੇ 360 ਨੂੰ ਦੇਖੀਏ ਤਾਂ ਮੈਂ ਐਂਗਲ ਦੀ ਫਾਰਮ ਚ ਉਹਨੂੰ ਰੇਡੀਅਨ ਦੀ ਫਾਰਮ ਸੌਰੀ 2 ਪਾਈ ਲਿਖ ਸਕਦਾ ਪੂਰੇ ਐਂਗਲ ਨੂੰ, ਰਾਈਟ। ਇਹਦਾ ਮਤਲਬ ਜੇ ਇਹ ਪੂਰੇ ਐਂਗਲ ਨੂੰ ਬਣਾਉਣ ਲਈ ਟਾਈਮ ਦੀ ਗੱਲ ਕਰੀਏ ਹੁਣ ਕੈਪੀਟਲ ਟੀ, ਤਾਂ ਆਪਾਂ ਜਿਵੇਂ ਦੇਖੋ ਧਿਆਨ ਨਾਲ 1 2 3 ਐਂਡ 4 ਇੰਟਰਵਲ ਬਣਾਤੇ, ਰਾਈਟ। ਤੇ ਜੇ ਬੋਡੀ ਯੂਨੀਫਾਰਮ ਮੋਸ਼ਨ ਚ ਚੱਲਦੀ ਆ, ਯੂਨੀਫਾਰਮ ਮੋਸ਼ਨ ਚ, ਤਾਂ ਐਵਰੀ ਇੰਟਰਵਲ ਉਹਨੂੰ ਕਵਰ ਕਰਨ ਲਈ ਸੇਮ ਟਾਈਮ ਲੱਗੂਗਾ। ਯਾਨੀ ਕਿ ਪਹਿਲੇ ਕੁਆਡਰੈਂਟ ਨੂੰ ਵੀ ਸੇਮ ਟਾਈਮ ਲੱਗੂਗਾ, ਦੂਜੇ ਕੁਆਡਰੈਂਟ ਨੂੰ ਵੀ, ਤੀਜੇ ਨੂੰ ਵੀ, ਚੌਥੇ ਨੂੰ ਵੀ। ਸੋ ਇਹਦਾ ਮਤਲਬ ਈਚ ਜਿਹੜਾ ਕੁਆਡਰੈਂਟ ਆ ਦੈਟ ਵਿਲ ਟੇਕ ਸੇਮ ਇੰਟਰਵਲ ਆਫ ਟਾਈਮ, ਰਾਈਟ। ਸੋ ਜੇ ਮੈਂ ਹੁਣ ਕੈਪੀਟਲ ਟੀ ਨੂੰ ਦੇਖਾਂ ਤਾਂ ਉਹਦੇ ਮੈਨੂੰ 4 ਪਾਰਟਸ ਕਰਨੇ ਪੈਣਗੇ ਕਿਉਂਕਿ 4 ਇੰਟਰਵਲ ਨੇ, ਤੇ 4 ਦੇ 4 ਇਕੁਅਲ ਪਾਰਟ ਕਰਨੇ ਪੈਣੇ ਆ ਕਿਉਂਕਿ ਮੈਂ ਹੁਣੀ ਕਿਹਾ ਵੀ ਜੇ ਯੂਨੀਫਾਰਮ ਮੋਸ਼ਨ ਆ ਤਾਂ ਐਵਰੀ ਕੁਆਡਰੈਂਟ ਦੇ ਵਿੱਚ ਉਹਨੂੰ ਸੇਮ ਟਾਈਮ ਲੱਗੂਗਾ। ਠੀਕ ਹੈ, ਸੋ ਪਹਿਲਾ ਇੰਟਰਵਲ ਹੋ ਗਿਆ ਕੁਆਡਰੈਂਟ T/4। ਠੀਕ ਹੈ, ਤਾਂ ਇਸ ਤਰ੍ਹਾਂ ਕਰਕੇ 4 ਇੰਟਰਵਲ ਬਣ ਜਾਣਗੇ। ਹਰ ਇੱਕ ਇੰਟਰਵਲ T/4 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 ਹੋ ਜਾਊਗਾ। ਦੱਸੋ, ਕਿਉਂਕਿ ਸਾਰੇ ਇੰਟਰਵਲ ਇਕੁਅਲ ਨੇ। ਠੀਕ ਹੈ, ਤੇ ਆਪਾਂ ਟੋਟਲ ਟਾਈਮ ਕੈਪੀਟਲ ਟੀ ਸੀ ਜਿਹੜਾ ਉਹਦੇ 4 ਹਿੱਸੇ ਕਰ ਲਏ। ਤਾਂ ਜਿਹੜਾ ਪਹਿਲਾ ਇੰਟਰਵਲ ਆ ਉਹਨੂੰ ਮੈਂ T/4 ਲਿਖ ਦੂੰਗਾ, ਤੇ ਪਹਿਲੇ ਇੰਟਰਵਲ ਨੂੰ ਇੱਥੇ T/4 ਲਿਖਤਾ। ਓਕੇ, ਦੂਜਾ ਵੀ T/4 ਹੋ ਗਿਆ, ਇਹ ਵੀ T/4, ਇਹ ਆਪਣੇ ਕੋਲ T/4 ਹੋ ਗਿਆ। ਸੋ ਈਚ ਕੁਆਡਰੈਂਟ will take same interval of time that is T/4, right। ਤਾਂ ਜੇ ਪਹਿਲਾ T/4 ਆ, ਜੇ ਦੂਜੇ ਨੂੰ ਉਹਦੇ ਨਾਲ ਜੋੜ ਦਈਏ ਤਾਂ T/4 plus T/4 2T/4 ਬਣ ਜੂਗਾ ਬੇਟੇ ਟੋਟਲ ਟਾਈਮ। ਤੀਸਰੇ ਨੂੰ ਨਾਲ ਜੋੜ ਦਈਏ 3T/4 ਬਣ ਜੂਗਾ। ਫੋਰਥ ਇੰਟਰਵਲ ਨੂੰ ਵੀ ਨਾਲ ਜੋੜ ਦਈਏ ਤਾਂ 4T/4 ਬਣ ਜੂਗਾ, ਰਾਈਟ। ਪਹਿਲਾ ਇੰਟਰਵਲ T/4, ਦੂਜਾ ਉਹਦੇ ਚ T/4 ਐਡ ਹੋ ਗਿਆ ਕਿਉਂਕਿ ਟਾਈਮ ਤਾਂ ਹਮੇਸ਼ਾ ਐਡ ਹੀ ਹੋਊਗਾ, ਸਬਟਰੈਕਟ ਨਹੀਂ ਹੋ ਸਕਦਾ। ਥਰਡ ਵੀ, ਫੋਰਥ ਵੀ, ਤਾਂ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਐਡ ਕਰਤਾ। ਜੇ ਹੁਣ ਆਪਾਂ ਇਹਨਾਂ ਨੂੰ ਅੱਗੇ ਕੰਟੀਨਿਊ ਕਰਨਾ ਤਾਂ T/4 ਆ ਦੇਖੋ, ਆ T ਤੇ T 2 ਤੇ T ਕੈਂਸਲ, 4 ਕੈਂਸਲ ਆਊਟ ਹੋ ਗਿਆ, ਤਾਂ ਕਿੰਨਾ ਆ ਜਾਊਗਾ ਆਪਣੇ ਕੋਲ? ਇਹ ਆ ਜਾਊਗਾ T/2, ਫਿਰ 3T/4, ਫਿਰ 4 ਨਾਲ 4 ਕੈਂਸਲ ਆਊਟ ਹੋ ਗਿਆ, T ਆ ਗਿਆ, ਰਾਈਟ। ਇਹ ਗਣਪਤ ਕਰਨ ਦਾ ਮੈਸੇਜ ਆਉਂਦਾ, ਮੈਨੂੰ ਲੱਗਦਾ ਕੀ ਹੋ ਗਿਆ, ਉਹਨੂੰ ਡਿਸਕਨੈਕਟ ਹੋ ਗਿਆ ਉਹ। ਅੱਛਾ, ਚਲੋ ਕੋਈ ਗੱਲ ਨਹੀਂ, ਇੱਕ ਮਿੰਟ ਮੈਂ ਉਹਦਾ ਸਕਰੀਨ ਤੋਂ ਪਰਾਂ ਹਟਾ ਦਾਂ।
चलो तो दसो बेटे आ तुहानूं पता लग गया भी किवें T/4 आ T/2 3T/4 ते T बन गया टोटल है ना। तो आपां ये इंटरवल नूं हुण स्मॉल टी दे नाल यूज़ करना क्योंकि जे 0 तो स्टार्ट किया इत्थों देखो 0 तो लैके 90 डिग्री एंगल बनने लई T/4 टाइम लग्या 180 एंगल बनने लई T/2 टाइम लगूगा राइट। फिर 270 एंगल बनने लई 3T/4 फिर वापस T/4 बनने लई T टोटल टाइम इंटरवल नूं आपां इस तरह डिवाइड कर लांगे। हुण एक क्वेश्चन आ भी आपां लर्न की करन लगे आ मैं इस कंसैप्ट नूं अल्टरनेटिंग करंट वाल लैके जा रहा क्योंकि आपां हुण AC नूं भी अंडरस्टैंड करना नाल नाल। तो एक टॉपिक रह गया सीगा अपने कोल म्यूचुअल इंडक्टेंस दा वो करवा के फिर मैं आ तुहानूं प्रूफ कराऊंगा भी आपां ग्राफ बनाने सीखने आ। तो तुसीं एक बारी नूं क्लिक कर लो ताकि तुहाडे कोल रह जे मैमोराइज होया। ओके तो जे हुण एंगल चेंज हुंदा यानी कि जे अपने कोल फाई दी वैल्यू चेंज हुंदी आ तो फाई दी वैल्यू मेरे कोल आ सीगी BA cos थीटा राइट। थीटा दी वैल्यू नूं मैं पुट कर सकदा पुत्तर हुण A ओमेगा सॉरी ओमेगा टी राइट। तो BA cos ओमेगा टी लिख सकते आपां इहनूं है ना। जे हुण मैं कहा तुहानूं आपां d⁵/dt कढ लेना तो d⁵/dt कितना आ जाऊगा तो देखो d⁵/dt हो गया BA क्योंकि इन्हां दा डेरीवेटिव तो होना नहीं cos ओमेगा टी का डेरीवेटिव। हुण मैनूं दसो cos ओमेगा टी का डेरीवेटिव की होगा पता कुछ जे आपां cos ओमेगा टी का डेरीवेटिव नहीं किया चलो मैं दस देना एक मिनट लई। cos थीटा का डेरीवेटिव हुंदा माइनस sin थीटा राइट। cos थीटा का डेरीवेटिव माइनस sin थीटा हुंदा गुड बेटे। तो जिहड़ा ओमेगा नाल आ जिहड़ा ओमेगा लग्या नाल ठीक है आपां ओनू भी आपां यूज करना। तो मैं इत्थे फिलहाल लई नाल लिख देंगा डेरीवेटिव ऑफ cos ओमेगा टी। तो इनू आपां लिख सकते हैं माइनस ओमेगा sin ओमेगा टी यानी कि जिहड़ा ओमेगा हुंदा अगे मल्टीप्लाई हो जाता। सिद्धू साहब जी वेलकम बेटे सत श्री अकाल बेटे। एंगल दे बेस्ड ना मैं फाई नूं सॉल्व कर रहा गा ते ओहदे सीगे आपां क्वेश्चन करना सी क्वेश्चन। तो फाई दी वैल्यू नूं मैं लिखिया BA cos थीटा क्योंकि आपां खोल के लिखिया B वैक्टर डॉट A वैक्टर नूं। तो cos थीटा दी वैल्यू थीटा दी वैल्यू नूं आपां ओमेगा टी लिख सकते हुंदे मैं ऑलरेडी ये दसता सीगा पर तुसीं कोशिश करियो भी वो वीडियो रिकॉर्डिंग ते लगाई हुई है बाद चों देख लियो। तो उस तो बाद cos ओमेगा टी का डेरीवेटिव मैं दस रहा सी उरे cos ओमेगा टी का डेरीवेटिव जे विद रिस्पैक्ट टू dt करना होवे तो माइनस ओमेगा sin ओमेगा टी हुंदा। तो वो वैल्यू cos ओमेगा टी दी इत्थे मैं लिख रहा माइनस ओमेगा sin ओमेगा टी ठीक है। माइनस साइन अगे आ गया माइनस BA ओमेगा sin ओमेगा टी दैट इज d⁵/dt। हुण तुसीं देखो d⁵/dt दी वैल्यू माइनस E दे इक्वल होगी ना क्योंकि E दी वैल्यू माइनस d⁵/dt हुंदी आ याद आ ना E दी वैल्यू माइनस d⁵/dt हुंदी आ। तो जे d⁵/dt दी वैल्यू लिखनी होवे तो माइनस E होगी। तो ये वैल्यू किहदे कोल आ गई माइनस BA ओमेगा sin ओमेगा टी। तो माइनस ना माइनस कैंसल आउट हो गया सो BA ओमेगा sin ओमेगा टी ठीक है। इत्थे जिहड़ा BA ओमेगा दैट विल बी E0 ये पीक वैल्यू बन जाती है। तो E0 sin ओमेगा टी आ जाऊगा E दी वैल्यू। तो ये वैल्यू असी अल्टरनेटिंग करंट दे विच यूज करते हुंदे आ ठीक है क्योंकि अल्टरनेटिंग करंट रोटेशन ते चलता तो इस करके उहदे विच इंटरवल आने जरूरी सी। तो मैं उत्थे डायरैक्टली हुण इहनूं यूज करूँगा E दी वैल्यू नूं E0 sin ओमेगा टी ठीक है। E0 दी वैल्यू आ पई है BA ओमेगा पीक वैल्यू पर तुसीं इहनूं एक बार क्लिक कर लो तो फिर मैं तुहानूं दसदा भी आपां जिहड़ा लास्ट क्वेश्चन सी उहनूं किवें करना। ओके थोड़े नाल एक कल मैं सैल्फ इंडक्टेंस का क्वेश्चन करन लग्या होया सी है ना। तो मैं उहदे च तुहानूं उहदे बारे दस के ना सैल्फ इंडक्टेंस दे नाल म्यूचुअल इंडक्टेंस करा दा एक बार।
तो मान लो अपने कोल एक कॉयल आ सोलेनोइड का सैल्फ इंडक्टेंस करना तो वो म्यूचुअल इंडक्टेंस की डेरीवेशन कर लीए, फिर आप अगे कंटिन्यू करते हैं। ठीक है, तो सैल्फ इंडक्टेंस के लिए कल तुहानूं दस्सिया सी फाई की वैल्यू एल आई दे इक्वल हुंदी आ, एंड ऑलसो फाई की वैल्यू इक्वल होगी नंबर ऑफ टर्न्स जिन्नियां होणगियां, क्योंकि एक कॉयल के लिए कल आप कैलकुलेशन की सी लास्ट लैक्चर जिहड़ा सीगा परसों सॉरी। तो हुण जे एन नंबर ऑफ टर्न्स ने तो एन इंटू बी इंटू ए, देखो ये मैं कॉस थीटा नहीं लै रहा, रीजन क्योंकि कॉयल रोटेट नहीं कर रही, इस करके आप उत्थे एंगल नहीं लेना। एंगल कदों कंसिडर करना जो कॉयल रोटेट करूगी। तो एन बी ए, ठीक है, हुण एन की वैल्यू कितनी आ ਆਪਾਂ ਉਹਨੂੰ भी यूज़ करना, पर बी की वैल्यू कितनी ਹੁੰਦੀ ਆ सोलेनोइड के लिए बी की वैल्यू ਹੁੰਦੀ ਆ म्यू नॉट एन आई, तो इत्थे ਜਿਹੜਾ एन पा रहा मैं वो स्मॉल एन है, राइट। तो स्मॉल एन की वैल्यू नूं जे ਆਪਾਂ कैपिटल एन की फॉर्म च लिखना होवे तो मैं तुहानूं कल दस्सिया सी एन बाय एल लिखांगे, क्योंकि यह नंबर ऑफ टर्न्स अपॉन लेंथ हुंदा, राइट। आ वैल्यू नूं देखो, आ वैल्यू नूं बी दी नूं इत्थे पुट करांगे हुण आपां, तो आ वैल्यू नूं मैं इत्थे यूज़ कर रहा गा। सो फाई कितना आ जाओ अपने कोल एन इंटू बी म्यू नॉट एन आई अपॉन एल इंटू ए। तो जे आप फरदर सॉल्व करांगे तो आ जाऊगा म्यू नॉट एन स्केयर, ठीक है, ए अपॉन एल इंटू आई, सो दैट इज इक्वल टू 5। तो आ इक्वेशन 1 होगी, इनू तुसी इक्वेशन 2 लिख लांगे, ठीक है। तो जे आप इक्वेशन 1 एंड 2 नू कंपेयर करिए तो देखो आई नाल आई कैंसल आउट हो जाऊगा, तो एल की वैल्यू कितनी आ गई। तो देखो मैं लिखूंगा इत्थे सीधा फ्रॉम इक्वेशन 1 एंड 2 एल की वैल्यू आ जाएगी म्यू नॉट एन स्केयर ए अपॉन एल, ठीक है। कला डेरिवेशन करना साडे लिए इन्ना इंपॉर्टेंस मतलब नहीं हैगा, इंपॉर्टेंट पार्ट नहीं हैगा, इन्नी इंपॉर्टेंस नहीं हैगी। आप इनू फरदर भी यूज़ करना, तो कुछ जिहड़ियां गल्लां आपां यूज़ करनियां ने वो की ने। एक क्वेश्चन आ, मान लो मेरे को इनू यूज़ करूंगा हुण मैं, ठीक है, तो क्वेश्चन नाल नाल लिंक करूंगा उन्होंने। एक बार इनू क्लिक करो पुत्त ताकि मैं कला फार्मूला यूज़ कर ला। ये जिहड़ा टॉपिक सी सैल्फ इंडक्टेंस ऑफ सोलेनोइड आ, तो मैं इधरों इरेज कर रहा हूँ, ठीक है। इधरले साइड ते मैं क्वेश्चन डिस्कस करना। हुण क्वेश्चन की आ, ये हैगा मेरे को एक कॉयल ते ओहदे नाल लगाया होया इत्थे एक बल्ब, इत्थे आपां एक बैटरी लगाती, टैपिंग की लगाती, ठीक है। वो कहंदा असी टैपिंग की नूं ऑन कीता, तो सानू पता जो टैपिंग की नूं ऑन करांगे तो करंट इस कॉयल दे विच दी होके जाऊगा, तो जिहड़ी ये कॉयल आ दैट विल ऑफर दिस मच इंडक्टेंस, ठीक है, इन्नी इंडक्टेंस ये सानू ऑफर करूगी। जदों हुण आपां ये इंडक्टेंस इन्नी ऑफर करूगी ये, तो उदों की होगा, तो उस टाइम ये बल्ब जिहड़ा गा आफ्टर सम टाइम पहला तो ये ग्लो नहीं करूगा, राइट वे, क्यों, बिकॉज असी कल दस्सिया सी भी उन्होंने एक इंपैक्ट हुंदा गा भी जिहड़ा करंट आ मैक्सीमम होने के लिए कोशिश करदा, पर कॉयल उन्होंने रोकने की कोशिश करती है, तो इस करके उत्थे उस सिचुएशन दे विच करंट लेट पहुंचदा। पर फिर असी कहा सी जे इनू स्विच नू ऑन करके रखांगे लगातार, तो जिहड़ी ये वायर आ ये कॉयल आ, ठीक है, एक कंडक्टिंग लूप कंडक्टिंग वायर बन जूगी। कंडक्टिंग वायर बन करके इस बल्ब नू जिन्ना हो सके करंट अलाउ करूगी, तो उस टाइम ये बल्ब ब्राइट ग्लो करूगा, ठीक है। तो ये ऑलरेडी असी डिस्कस कर चुके हैं। हुण इहदे च इनकलूड की करना मैं, उन्हें हुण ये ऑलरेडी कहता भी ये कॉयल आ, टैपिंग की प्रैस की हुई आ ते बल्ब ग्लो कर रहा, दैट मीनस वो उस कंडीशन ते हुण पहुंच गया, जिहड़ा एग्जामिनर आ उन्हें जिहड़ा क्वेश्चन पुट किया उस कंडीशन ते पहुंच गया भी जदों वो ऑलरेडी ग्लो कर रहा ते एक कंडक्टिंग वायर बन चुकी आ कॉयल, ठीक है। हुण जिहड़ा क्वेश्चन आ वो कहंदा व्हाट विल हैपन if we introduce
a soft iron core in the coil। ठीक है, ਤਾਂ ਹੁਣ ਕੀ ਕਰਨਾ ਆਪਾਂ ਨੇ ਇਸ coil ਦੇ ਅੰਦਰ soft iron core ਰੱਖਤੀ। ठीक है, यानी कि रॉड इंसर्ट करती ਉਹ 'ਚ। ਤਾਂ ਜੇ coil ਦੇ ਅੰਦਰ ਰॉड ਰੱਖ ਦਈਏ ਸੌਫਟ ਆਇਰਨ ਦੀ ਤਾਂ ਬਲਬ ਦੇ ਉੱਪਰ ਕੀ ਇਫੈਕਟ ਪਊਗਾ, ਇਹ ਕੁਐਸਚਨ। ਹੁਣ ਉਸ ਚੀਜ਼ ਦਾ ਆਨਸਰ ਦੇਣ ਦੇ ਲਈ ਤੁਹਾਨੂੰ ਇਸ ਫਾਰਮੂਲੇ ਨੂੰ ਦੇਖਣਾ ਪੈਣਾ। ਜੇ ਤੁਸੀਂ ਫਾਰਮੂਲੇ ਨੂੰ ਧਿਆਨ ਨਾਲ ਦੇਖੋ, ਇੱਥੇ ਮਿਊ ਨੋਟ ਯੂਜ਼ ਹੋ ਰਿਹਾ। ਜਿਹੜਾ ਮਿਊ ਨੋਟ ਹੈ ਇਹ ਕਾਹਦੇ ਲਈ ਹੋਊਗਾ, ਤਾਂ ਨੋਟ ਆਪਾਂ ਉਦੋਂ ਯੂਜ਼ ਕਰਦੇ ਹੁੰਦੇ ਹਾਂ ਜਦੋਂ 에ਅਰ ਔਰ ਵੈਕਿਊਮ ਹੋਵੇ, ਰਾਈਟ। ਇਹਦਾ ਮਤਲਬ ਇੱਥੇ 에ਅਰ ਔਰ ਵੈਕਿਊਮ ਦੀ ਗੱਲ ਚੱਲ ਰਹੀ ਸੀ ਤਾਂ ਇਹ ਫਾਰਮੂਲਾ ਬਣਿਆ ਸੀ। पर जे हुण कोयल दे अंदर आपां आयरन रॉड इंसर्ट करती तो एयर वैक्यूम खत्म हो गया। तो इस करके आपां इत्थे सैल्फ इंडक्टेंस नूं भी चेंज करांगे। तो सैल्फ इंडक्टेंस की वैल्यू कितनी आ जाऊगी, म्यू नॉट म्यू आर, क्योंकि म्यू नॉट दे नाल म्यू आर नूं मल्टीप्लाई कर दिंदे हुंदे आपां, जिवें एप्सिलॉन नॉट दे नाल एप्सिलॉन आर नूं मल्टीप्लाई कर दिंदे हुंदे आ। जदों आपां मीडियम नूं एयर और वैक्यूम की थां ते डायलैक्ट्रिक बना दिंदे सीगे, जे एप्सिलॉन आर नहीं लिखते सी तां उत्ते के लिख दिंदे सीगे, पर इत्थे तुसीं म्यू आर नूं लिख लो, रिलेटिविटी परमिटिविटी होगी। ठीक है, तो रिलेटिव परमिटिविटी तो म्यू नॉट म्यू आर नाल सारा उम्मीद रह जूगा, क्योंकि बाकी तो आपां कुछ चेंज कीता नहीं गा। हुण जे तुसीं देखो ध्यान नाल, इह चों म्यू आर नूं कल्ले नूं अड्ड कढ दो तो म्यू नॉट एन स्केयर ए अपॉन एल, ये तो एल हो गया ना, राइट। बाकी दी वैल्यू तो उम्मीद पई है एल, सो म्यू आर टाइम्स एल हो गया। हुण म्यू आर टाइम्स एल का मतलब की आ, फॉर आयरन म्यू आर वी नो के आयरन फेरोमैग्नेटिक आ, याद है ना। तो फेरोमैग्नेटिक होने करके आयरन दे तो म्यू आर की वैल्यू बहुत लार्जर होगी 1 तो, ठीक है ना, बड़ी वैल्यू होगी, लार्ज वैल्यू होगी ते होगी पॉजिटिव। तो इसका मतलब एल डैश ग्रेटर हो गया बहुत एल नालों। सो इथों की प्रूफ होया कि सैल्फ इंडक्टेंस पहला नालों वध गई, अप होगी। जे सैल्फ इंडक्टेंस पहला नालों बहुत वध गई, व्हाट डज इट मीन, इसका मतलब ये हो गया कि जिहड़ा ये बल्ब आ ओनू दोबारा फिर एक अपोजिशन देनी आ करंट नू पहुंचण लई इस कॉइल ने, तो कॉइल दोबारा फिर एक्शन च आ जाऊगी। जदों ये कॉइल दोबारा एक्शन च आऊगी उस करके इहनू फिर रोक दूगी। तो बल्ब जिहड़ा गा इन दिस केस इत्थे आंसर आऊगा द बल्ब्स ब्राइटनेस डिक्रीज हो जू। तो बल्ब की ब्राइटनेस जिहड़ी आ बहुत घट जूगी इकोदम, पर कदों तक घटूगी, अगेन ये गल फिर उत्थे आ जूगी भी जदों तक वो कॉइल जिहड़ी आ कंडक्टिंग वायर फिर नहीं बनती। पर जदों तक रॉड रखोगे अंदर एल डैश एल नालों ज़्यादा ही रहना गा, इस करके ये प्रॉब्लम बनी रहनी आ। तो ब्राइटनेस घट जूगी, तो आप ये कह सकते हैं भी ब्राइटनेस लैस हो जूगी जां बल्ब जिहड़ा वो डिम हो जूगा। ठीक है, हुण इहदी एग्जाम्पल मैं तुहाडे घर दे जिहड़ी अपने घरां च लगी एक अपना इक्विपमेंट हुंदा उहदे नाल डिस्कस करूंगा, पर तुसीं पहले इहनूं क्लिक कर लो। ਇਹ ਕਨਸੈਪਚੁਅਲ ਆ ਪੁੱਤ, ਪੇਪਰ ਚ ਆਉਂਦੇ ਹੁੰਦੇ ਨੇ, ਕਨਸੈਪਚੁਅਲ ਹੈਗੇ ਨੇ, ਤੁਸੀਂ ਦੇਖੇ ਹੋਣਗੇ ਕਦੇ ਵੀ ਪੇਪਰ ਚ। ਓਕੇ ਹਾਂ, ਹੁਣ ਘਰਾਂ ਦੇ ਵਿੱਚ ਤੁਸੀਂ ਕਿੱਥੇ ਦੇਖਿਆ ਹੋਊਗਾ, ਅੱਜ ਕੱਲ ਤਾਂ ਆਪਣੇ ਘਰਾਂ ਚ ਨਾ ਜਿਹੜੀਆਂ ਰੋਡ ਲਗਾਉਣੇ ਆਪਾਂ, ਉਹ ਟਿਊਬ ਜਿਹੜੀਆਂ ਘਰਾਂ ਚ ਲੱਗਦੀਆਂ ਨੇ ਉਹ ਸਾਰੀਆਂ ਇਲੈਕਟ੍ਰੋਨਿਕਸ ਆਉਣ ਲੱਗ ਗਈਆਂ। ਜੇ ਤੁਸੀਂ ਤੁਹਾਡੇ ਘਰ ਚ ਕਿਤੇ ਵੀ ਪੁਰਾਣੀ ਟਿਊਬ ਲੱਗੀ ਹੋਈ ਆ, ਪੁਰਾਣੀ ਇਨ ਦਾ ਸੈਂਸ ਜਿਵੇਂ 2-3 ਸਾਲ ਪੁਰਾਣੀ, 3 ਸਾਲ ਪੁਰਾਣੀ, ठीक है ना, तो ਉਹਦੇ ਚ ट्यूब ਦੇ ਨਾਲ ਇੱਕ ਡੱਬੀ ਲੱਗੀ ਹੁੰਦੀ ਸੀਗੀ, ਜੇ ਤੁਸੀਂ ਦੇਖਿਆ ਹੋਵੇ ਹਨਾ। ਜੇ ਇੱਥੇ ਨਹੀਂ ਦੇਖੀ ਤਾਂ ਸਕੂਲ ਚ ਦੇਖੀ ਹੋਣੀ ਆ। ट्यूब ਜਿਹੜੀ ਆਪਣੀ ਲਾਈਟ ਵਾਲੀ ਹੁੰਦੀ ਆ ਉਹਦੇ ਨਾਲ ਇੱਕ ਡੱਬੀ ਲੱਗੀ ਹੁੰਦੀ ਆ ਅੰਦਰ, ਦੇਖੀ ਆ। ਰਾਈਟ, ਉਹ ਜਿਹੜੀ ਡੱਬੀ ਆ
ओके हुण दूजी गल, जे तुसी एक तुहाडे बल्ब लग्गिया हैगा, एक लग्गी है ट्यूब, तुसी दोनों सेम टाइम ते स्विच ऑन करदे हो, राइट। हुण तुसी दसो भी बल्ब ते ट्यूब चों इक्को दम किहड़ा ऑन हुंदा? बल्ब। गुड, ठीक है ना, आ गया ना हुण आंसर। ओके, बल्ब च की हैगा? बल्ब च हैगा फिलामेंट, ते फिलामेंट हुंदी है रेजिस्टेंस। तो देखो बल्ब उसे टाइम ऑन हो गया, हाँ बेटे, है ना, बल्ब उसे टाइम ऑन हो गया। ओके, ट्यूब का की होगा? तुसीं देखोगे ट्यूब फिर ऑन होगी, राइट, तो फ्लक्चुएट करके ऑन होंदी है। हुण आपां इस नूं समझिया होया है ना, फ्लक्चुएट करके ऑन होंदी है। क्वेश्चन कदे नहीं सोचा उदों भी ये फ्लक्चुएट करके क्यों ऑन होंदी है, राइट, पर हुण वो आंसर तुहानूं इत्थों मिलना, इस तो, क्योंकि जिहड़ी डब्बी आ उहदे अंदर लगी हुंदी है कॉइल, ठीक है, ते जिहड़ी वो कॉइल आ, चोक कॉइल, वो लगी हुंदी आ। तो जिहड़ी चोक कॉइल लगी हुंदी आ डब्बी दे अंदर, तो जदों करंट तुसीं ऑन करदे हो तो करंट उहदे अंदर इस तरह मैक्सीमम जांदा, तो जदों तक करंट उह च मैक्सीमम नहीं जांदा उदों तक वो करंट नूं रोक के रखदी आ। तो करंट देखो आउंदा नहीं आउंदा, आउंदा नहीं आउंदा, तो ये हुंदा इन्नी क्विकली आ, क्योंकि आपां नूं भी पता भी करंट की स्पीड बहुत ज़्यादा गई, राइट, तो क्विकली वो फ्लक्चुएट करदी आ, फिर उस तो बाद चो ऑन हो जाती आ। ओके, फिर हुण प्लस पॉइंट की आ, चलो लेट जरूर ऑन होगी, ठीक है, एक अलग पॉइंट आ। हुण मैनूं ये दसो बिल किहदा वध आउंदा? ट्यूब का बिल वध आऊगा कि बल्ब का बिल वध आऊगा? ये दसो मैनूं। बल्ब का, राइट। हुण फिर ट्यूब लगाउण दा मतलब सानूं फायदा की होया? तो देखो जदों तुसीं स्विच ऑन करके छड्ड दिंदे हो, आपां तां स्विच नूं ऑन करके छड्डिया तो स्विच हो गई लगातार ऑन। ट्यूब दे विच जिहड़ी कॉइल सी उहने एक बार इंडक्टेंस ऑफर की, उस तो बाद वो कॉइल जिहड़ी आ वो बन गई कंडक्टिंग वायर। कंडक्टिंग वायर की रेजिस्टेंस नहीं हुंदी, ठीक है, तो कंडक्टिंग वायर की रेजिस्टेंस ना होने करके जिन्ना करंट उधरों आ रहा वो वायर दे विच जरूर लॉस करूगा, पर रेजिस्टेंस ने उहदा कोई लॉस नहीं करना, इस करके वो करंट सारे का सारा ट्यूब दे कोल पहुंच गया, तो करंट दा लॉस घट गया। दूजे पासे जिहड़ा बल्ब आ उहदे अंदर हैगी रेजिस्टेंस, ठीक है, रेजिस्टेंस नूं जदों लगातार तुसीं करंट दिंदे हो तो अकॉर्डिंग टू द कंसैप्ट जिहड़ा हीट दा सीगा, जाउज हीटिंग इफैक्ट, उहदे अकॉर्डिंग करंट दे लगातार फ्लो करन नाल टाइम दे ज़्यादा लगन नाल हीट प्रोड्यूस हुंदी आ। हीट प्रोड्यूस होने दे नाल रजिस्टेंस होर वध जांदी आ, ते जिन्नी देर तक तुसीं वो बल्ब नूं ऑन रखोगे वो गर्म भी हुंदा जाऊगा ते उहदे अंदर करंट दा लॉस भी वधदा जाऊगा, ते वो जिन्नी देर तक वध ऑन रखोगे उन्ना ही ज़्यादा कंज्यूम करूगा इलैक्ट्रिसिटी नूं। तो इस करके बल्ब ते ट्यूब दे नालों असीं ट्यूब नूं प्रैफर कीता, क्योंकि उहदे च कंजम्पशन ऑफ इलैक्ट्रिसिटी बहुत घट सी, ठीक है, बल्ब दे विच कंजम्पशन ऑफ इलैक्ट्रिसिटी वध सी। तां एल ते आर असीं दोनों नूं अंडरस्टैंड कीता। देखो एल दा रोल की आ, सो इंडक्टेंस कॉइल होगी, आर दा रोल की आ, रजिस्टेंस होगी। दो गल्लां आपां डिस्कस कर लियां, प्रैक्टिकली देखिया भी हाँ ये साडे घरां च आम देखण नूं मिलदा गा, राइट। फिर जे तुसीं चाहो सैल्फ इंडक्टेंस नूं वधा सकदे हो, ये डिपेंड करदा भी तुसीं काहदे लई कर रहे हो, ठीक है, तो मैं उस दे लई इहनूं तुहानूं प्रूफ दित्ता भी तुसीं इहनूं कर लो। एक बार जे तुसीं क्लिक नहीं कीता पुੱਤ बन के इहनूं क्लिक कर लो, मेरे ख्याल जे कर लिया तो फिर मैं अगे वधां। ओके लो भी एक छोटा जिहा टॉपिक आ बस अज दा, फिर आपां अल्टरनेटिंग करंट कल नूं ही स्टार्ट करांगे, ते मैं होपफुली ये 2 दिनां दे विच आपां डन कर दांगे अल्टरनेटिंग करंट, क्योंकि अल्टरनेटिंग करंट दा मैं तुहानूं एक मैथड दसणागा, ਉਹਦੇ ਨਾਲ ਤੁਹਾਡੀਆਂ ਸਾਰੀਆਂ ਡੈਰੀਵੇਸ਼ਨ ਹੋ ਜਾਣੀਆਂ ਨੇ, ਤਾਂ ਉਹ ਈਜ਼ੀ ਆ। ਤੇ ਫਿਰ ਤੁਸੀਂ ਇਨ ਫਿਊਚਰ ਮੇਰੀ ਗਾਰੰਟੀ ਆ ਤੁਹਾਨੂੰ, ਉਹ ਫਿਊਚਰ 'ਚ ਨਾ ਜੇ ਤੁਸੀਂ ਹੁਣ ਦੇਖਿਆ ਹੋਊਗਾ ਮੇਰਾ ਖਿਆਲ ਤੁਸੀਂ ਕਰਕੇ ਇੰਪੀਡੈਂਸ ਵਗੈਰਾ, ਤਾਂ ਡੈਰੀਵੇਸ਼ਨਾਂ ਮੇ ਵੀ ਤੁਹਾਨੂੰ ਟਫ ਲੱਗੀਆਂ ਹੁਣ, ਪਰ ਤੁਸੀਂ ਨੂਮੈਰੀਕਲ ਵਗੈਰਾ ਉਹਦੇ 'ਚ ਬਿਲਕੁਲ ਹੀ ਨਹੀਂ ਕੀਤੇ ਹੋਣੇ, ਕਿਉਂਕਿ ਉਹਦੇ 'ਚ ਕਨਸੈਪਚੁਅਲ ਪ੍ਰੋਬਲਮ ਬਹੁਤ ਸੋਹਣੀਆਂ ਨੇ, ਤੇ ਉਹ 2 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਣਗੀਆਂ ਆਪਣੀਆਂ। ਮੇਰਾ ਕੁਐਸਚਨ ਆ ਹੁਣ ਉਹ ਹੈਗਾ ਮਿਊਚੁਅਲ ਇੰਡਕਟੈਂਸ,
ਆਪਾਂ ਮਿਊਚੁਅਲ ਇੰਡਕਟੈਂਸ ਦਾ ਐਕਸਪ੍ਰੈਸ਼ਨ ਡਰਾਈਵ ਕਰਨਾ। ਠੀਕ ਹੈ, ਮਿਊਚੁਅਲ ਇੰਡਕਟੈਂਸ ਕੀ ਆ, ਜਿਹਦੇ ਕੋਲ ਇੱਕ ਕੋਇਲ ਤੇ ਨਾਲ ਦੂਜੀ ਕੋਇਲ ਦੇ ਵਿੱਚ ਚੇਂਜਸ ਆਉਣ। ਤਾਂ ਆ ਇੱਕ ਕੋਇਲ ਆ ਜਿਹਦੇ ਨਾਲ ਬੈਟਰੀ ਲੱਗੀ ਆ, ਇਹਦੇ ਨੇਬਰ ਦੇ ਵਿੱਚ ਇੱਕ ਕੋਇਲ ਰੱਖੀ ਆ ਜਿਹਦੇ ਨਾਲ ਗਲਵੈਨੋਮੀਟਰ ਲੱਗਿਆ। ਠੀਕ ਹੈ, ਤੇ ਇਹ ਕੋਇਲ ਹੋ ਗਈ C1, ਆ ਕੋਇਲ ਹੋ ਗਈ C2, ਤੇ ਇਹਦੀ ਇੰਡਕਟੈਂਸ ਹੋ ਗਈ L1, ਇਹਦੀ ਇੰਡਕਟੈਂਸ ਹੋ ਗਈ ਆਪਣੀ L2। ਠੀਕ ਹੈ, ਇਹਦੇ ਚੋਂ ਕਰੰਟ I1 ਆ, ਜਿਹੜਾ ਇਹ ਚੋਂ ਕਰੰਟ ਹੋਊਗਾ ਉਹ ਹੋਊਗਾ I2। ਚਲੋ ਆਪਾਂ ਇਸ ਤਰ੍ਹਾਂ ਇਹਨੂੰ ਸ਼ੁਰੂ ਕਰਦੇ ਹਾਂ। ਪਰ ਇਹਦੀ ਨਾਲ ਜਿਹੜੀ ਡਾਇਗਰਾਮ ਆ ਇੱਕ ਹੋਰ ਵੀ ਬਣ ਸਕਦੀ ਆ, ਜੇ ਆਪਾਂ ਦੋਨਾਂ ਨੂੰ ਇੱਕ ਦੂਜੇ ਦੇ ਉੱਪਰ ਬਾਉਂਡ ਓਵਰ ਵਨ ਅਨਦਰ ਕਰ ਦਈਏ। ਬਾਉਂਡ ਓਵਰ ਵਨ ਅਨਦਰ ਦਾ ਮਤਲਬ ਕੀ ਆ, ਵੀ ਮੰਨ ਲਓ ਮੇਰੇ ਕੋਲ ਇੱਕ ਇਸ ਤਰ੍ਹਾਂ ਦਾ ਪਲਾਸਟਿਕ ਦਾ ਕੋਈ ਵੀ ਸਟਫ ਹੈਗਾ, ਜਿਵੇਂ ਮੰਨ ਲਓ ਮਾਰਕਰ ਆ, ਇਹਦੇ ਉੱਪਰ ਪਹਿਲਾਂ ਇੱਕ ਵਾਇਰ ਮੈਂ ਇੱਧਰ ਨੂੰ ਲਪੇਟਦਾ ਇੱਧਰ ਕਰਕੇ। ਠੀਕ ਹੈ, ਤਾਂ ਰਾਈਟ ਹੈਂਡ ਸਾਈਡ ਨੂੰ ਲਪੇਟਤੀ, ਫਿਰ ਪੁੱਠਾ ਕਰਕੇ ਇੱਕ ਵਾਇਰ ਇੱਧਰ ਨੂੰ ਲਪੇਟਦਾ, ਤਾਂ ਦੋਨੋਂ ਐਂਡ ਨੂੰ ਆਪਾਂ ਕੋਇਲ ਲਪੇਟਤੀ। ਜਿਵੇਂ ਇੱਕ ਆ ਹੋ ਗਈ ਕੋਇਲ ਪਹਿਲੀ, ਠੀਕ ਹੈ, ਇਹਦੇ ਉੱਪਰ ਦੂਜੀ ਕੋਇਲ ਆਏ। ਠੀਕ ਹੈ, ਹੁਣ ਜਿਹੜੀਆਂ ਦੋ ਕੋਇਲ ਨੇ, this is called bound over one another। ਆ ਜਿਹੜੀਆਂ ਦੋ ਕੋਇਲ ਪਈਆਂ ਨੇ ਇਹ ਹੈਗੀਆਂ ਕੋਐਕਸ਼ੀਅਲ। ਠੀਕ ਹੈ, ਇਹ ਕੋਐਕਸ਼ੀਅਲ ਨੇ ਕਿਉਂਕਿ ਇੱਕੋ ਹੀ ਐਕਸਿਸ ਤੇ ਨੇ। ਇਹਨਾਂ ਤੇ ਇਹਨਾਂ ਦੇ ਵਿੱਚ ਵੀ ਆਪਾਂ ਇੱਕ ਰਿਲੇਸ਼ਨ ਦੇਖਣਾਗੇ। ਪਰ ਪਹਿਲਾਂ ਕੀ ਆ, ਮੰਨ ਲਓ ਆ ਕਰੰਟ ਹੈਗਾ ਗਾ, ਇਹ ਚੋਂ ਕੋਇਲ ਚੋਂ ਕਰੰਟ ਜਿਹੜਾ ਜਾ ਰਿਹਾ I1 ਆ, ਤੇ ਇਹਦੇ ਚੋਂ ਜਿਹੜਾ ਕਰੰਟ ਜਾ ਰਿਹਾ I2। ਓਕੇ, ਹੁਣ ਮਿਊਚੁਅਲ ਇੰਡਕਟੈਂਸ ਦੇ ਲਈ ਫਾਰਮੂਲਾ ਕੀ ਆ, phi is equal to M into I। ਰਾਈਟ, ਜਿੱਥੇ L ਲਿਖਿਆ ਉਹਦੀ ਥਾਂ ਤੇ ਆਪਾਂ M ਲਿਖਾਂਗੇ ਨਾਲ। ਹੁਣ ਇੱਕ ਗੱਲ ਜਿਹੜੀ ਸਮਝਣੀ ਆ, ਮਿਊਚੁਅਲ ਇੰਡਕਟੈਂਸ ਕਿਉਂਕਿ ਦੋਨਾਂ ਦੇ ਕਰਕੇ, ਯਾਨੀ ਕਿ ਇੱਕ ਕੋਇਲ ਜਿਹੜੀ ਚੇਂਜ ਹੋ ਰਹੀ ਆ ਉਹਦੇ ਨਾਲ ਦੂਜੀ ਕੋਇਲ ਉਹਨੂੰ ਅਪੋਜ਼ ਕਰੂਗੀ, ਦੂਜੀ ਕੋਇਲ ਜਿਹੜੀ ਚੇਂਜ ਹੋ ਰਹੀ ਆ ਉਹਦੇ ਕਰਕੇ ਪਹਿਲੀ ਕੋਇਲ ਉਹਨੂੰ ਅਪੋਜ਼ ਕਰੂਗੀ। ਸੋ phi ਦੀ ਵੈਲਿਊ ਜੇ ਮੈਂ ਲਿਖਣੀ ਹੋਵੇ ਇੱਥੇ 1 2 ਲਿਖੂੰਗਾ। ਇਹਦਾ ਮਤਲਬ 1 2 ਦਾ ਮਤਲਬ ਕੀ ਹੋ ਗਿਆ, ਮੈਗਨੈਟਿਕ ਫਲਕਸ of C1 on C2। ਪਹਿਲੀ ਕੋਇਲ ਕਰਕੇ ਦੂਜੀ ਕੋਇਲ ਦੇ ਉੱਪਰ ਜਿਹੜੀ ਮੈਗਨੈਟਿਕ ਫਲਕਸ ਗਈ ਆ। ਠੀਕ ਹੈ, ਓਕੇ, ਇਹ ਕਿਹਦੇ ਕੋਲ ਆਊ, ਇਹ ਆਊਗਾ M12, ਯਾਨੀ ਕਿ ਜਿੱਥੇ phi 1 2 ਲਿਖਿਆ ਮੈਂ ਦੇਖੋ M12 ਲਿਖਿਆ, ਸੇਮ ਲਿਖਣਾ ਹੈ। ਠੀਕ ਹੈ, into ਹੁਣ ਜਿਹੜਾ ਕਰੰਟ ਆ, ਹੁਣ ਜਿਹੜੀ ਇਹ ਗੱਲ ਦੱਸਣੀ ਆਪਾਂ, ਤਾਂ ਕਰੰਟ ਕਿਹਦੇ ਕਰਕੇ ਆ, ਕਰੰਟ ਕਿਹਦਾ ਲੈਣਾਗਾ, ਕਰੰਟ ਲੈਣਾ ਸੈਕਿੰਡ ਦਾ ਜਿਹਦੇ ਤੇ ਲੱਗ ਰਹੀ ਆ। ਹੁਣ ਇਹ ਚੀਜ਼ ਨੂੰ ਧਿਆਨ ਨਾਲ ਸਮਝ ਲਿਓ, phi 1 2 ਹੈਗੀ ਆ ਮੈਗਨੈਟਿਕ ਫਲਕਸ ਆਫ C1 on C2। C1 ਕਰਕੇ C2 ਤੇ ਜਿਹੜੀ ਫਲਕਸ ਪਹੁੰਚੀ ਆ, ਯਾਨੀ ਕਿ I1 ਕਰਕੇ I2 ਦੇ ਉੱਪਰ ਜਿਹੜੀ ਫਲਕਸ ਪਹੁੰਚੀ ਆ। ਤੇ ਜਿਹੜਾ ਇੱਥੇ M ਦੇ ਨਾਲ ਜਿਹੜਾ ਲਿਖਣਾ ਕਰੰਟ, ਇਹ ਉਹੀ ਕਰੰਟ ਆ ਜਿਹਦੇ ਤੇ ਆਫ ਲਿਖਿਆ ਆਪਾਂ, ਯਾਨੀ ਕਿ ਜਿਹੜਾ ਆਫ ਤੋਂ ਬਾਅਦ ਔਨ ਤੋਂ ਬਾਅਦ ਲਿਖਿਆ। ਜਿਹੜਾ ਇੱਥੇ ਔਨ ਤੋਂ ਬਾਅਦ ਲਿਖਿਆ ਤੁਸੀਂ ਉਹੀ ਇੱਥੇ ਕਰੰਟ ਲਿਖਣਾ। ਠੀਕ ਹੈ, ਜਾਂ ਦੂਜੀ ਗੱਲ, ਜਿਹੜਾ ਇੱਥੇ ਲਾਸਟ ਤੇ ਲਿਖਿਆ ਤੁਸੀਂ ਉਹੀ ਇੱਥੇ ਲਿਖਣਾ। ਜਿੱਥੇ ਤੁਸੀਂ M, ਜਿਵੇਂ ਮੰਨ ਲਓ ਮੈਂ ਲਿਖ ਦਿੰਦਾ phi 21, ਤਾਂ ਇੱਥੇ ਆਉਣਾ ਸੀ M21, ਤਾਂ ਹੁਣ 1 ਬਾਅਦ ਚੋਂ ਆ, ਇੱਥੇ ਆਉਣਾ ਸੀ I1। ਠੀਕ ਹੈ, ਇਹਨੂੰ ਸਮਝਾਵਾਂਗੇ ਆਪਾਂ, ਆਈ ਨਹੀਂ ਹੈ ਵੀ ਯਾਦ ਕਰਨਾ, ਰੱਟੇ ਲਾਉਣ ਵਾਲਾ ਕੰਮ ਨਹੀਂ ਕਰਨਾ ਆਪਾਂ। ਪਰ ਪਹਿਲਾਂ ਮੈਂ ਇਹਦੀ ਵੈਲਿਊ ਦੇਖੋ ਧਿਆਨ ਨਾਲ। ਹੁਣ ਇਹ ਤਾਂ ਹੋ ਗਿਆ phi 1 2 ਹਨਾ, ਇਧਰੋਂ ਫਾਰਮੂਲਾ। ਹੁਣ phi 1 2 ਦੀ ਵੈਲਿਊ ਨੂੰ ਆਪਾਂ ਆਪਣੇ ਵਾਲੇ ਫਾਰਮੂਲੇ ਦੇ ਅਕੋਰਡਿੰਗ ਲਿਖਣਾ। ਆਪਣੇ ਵਾਲਾ ਫਾਰਮੂਲਾ ਕਿਹੜਾ ਸੀਗਾ, N into B into A। ਓਕੇ, phi 1 2 2 ਦੇ ਉੱਪਰ ਲੱਗ ਰਹੀ ਆ, ਤਾਂ ਟਰਨਸ ਕਿਹਦੀਆਂ ਲੈਣੀਆਂ ਨੇ, ਨੰਬਰ ਆਫ ਟਰਨਸ ਕਿਹਦੀਆਂ ਲੈਣੀਆਂ ਨੇ, ਤਾਂ 2 ਦੀਆਂ ਜਿਹਦੇ ਤੇ ਲੱਗ ਰਹੀ ਆ। ਤਾਂ ਇੱਥੇ ਆਊਗਾ ਨੰਬਰ ਆਫ ਟਰਨਸ ਆਫ ਦਾ ਸੈਕਿੰਡ। ਠੀਕ ਹੈ, ਕਿਉਂਕਿ ਔਨ ਤੇ ਆ, ਜਿਹਦੇ ਲੱਗ ਰਹੀ ਆ ਉਹਦੀਆਂ ਕੋਇਲਸ ਲੈਣੀਆਂ ਨੇ, ਨੰਬਰ ਆਫ ਟਰਨਸ। ਮੈਗਨੈਟਿਕ ਫੀਲਡ ਕਿਹਦੀ ਆ, ਜਿਹਦੇ ਕਰਕੇ ਆਫ ਆ, ਜੀ ਤੋਂ ਲੱਗੀ ਆ, ਯਾਨੀ ਕਿ I1 ਨੇ ਮੈਗਨੈਟਿਕ ਫੀਲਡ ਭੇਜੀ I2 ਨੂੰ। ਤਾਂ ਇੱਥੇ ਜਿਹੜੀ ਮੈਗਨੈਟਿਕ ਫੀਲਡ ਦੀ ਵੈਲਿਊ ਲੱਗਣੀ ਆ ਉਹ ਪਹਿਲੇ ਦੀ ਲੱਗਣੀ ਆ, ਜਿਹਦੇ ਕਰਕੇ ਉਹ ਫਲਕਸ ਪਹੁੰਚੀ ਆ। ਤਾਂ ਦੇਖੋ ਪਹੁੰਚੀ ਕਿਹਦੇ ਕਰਕੇ ਆ, ਆਫ C1। ਤਾਂ C1 ਕੌਣ ਆ, ਜਿਹਦੇ ਕਰਕੇ ਕਰੰਟ I1 ਆ। ਤਾਂ ਇੱਥੇ ਆਊਗਾ B1। ਠੀਕ ਹੈ, ਏਰੀਆ ਦੋਨਾਂ ਦਾ ਕਾਮਨ ਆ, ਤਾਂ ਇਸ ਕਰਕੇ ਏਰੀਆ ਸੇਮ ਲੈਣਾ। ਇਹਨੂੰ ਦੁਬਾਰਾ ਦੇਖ ਲਓ, phi ਦੀ ਵੈਲਿਊ
ਜਿਹੜੀ ਆ ਇੱਥੇ ਲਿਖ ਰਿਹਾ ਮੈਂ, ਇਹ ਹੈਗੀ ਆ ਮੈਗਨੈਟਿਕ ਫਲਕਸ ਆਫ C1 ਔਨ C2। ਸੋ ਜਦੋਂ ਆਪਾਂ ਮੈਗਨੈਟਿਕ ਫਲਕਸ ਨੂੰ ਲਿਖਾਂਗੇ ਤਾਂ ਫਾਰਮੂਲਾ ਸੀ N × B × A। N ਕੌਣ ਆ? ਜਿਹਦੇ ਤੇ ਲੱਗ ਰਹੀ ਆ, ਲਿੰਕ ਹੋ ਰਹੀ ਆ। B ਕੌਣ ਆ? ਜਿਹਦੇ ਕਰਕੇ ਲੱਗ ਰਹੀ ਆ, ਏਰੀਆ ਸੇਮ ਆ। ਤਾਂ ਹੁਣ N2 ਦੀ ਵੈਲਿਊ ਨੂੰ ਤਾਂ ਮੈਂ ਹੀ ਲਿਖੂੰਗਾ। B1 ਕੌਣ, ਕਿੰਨਾ ਗਾ? μ0 × N1 × I1, ਸੋਲੇਨੋਇਡ ਵਾਲਾ ਫਾਰਮੂਲਾ, ਰਾਈਟ, × A। ਇਹ ਕਿਹਦੇ ਕੋਲ ਆ ਗਿਆ? ਆਪਣੇ ਕੋਲ 512 ਦੇ। ਗੱਲ ਸਮਝ ਗਏ? ਬੋਲੋ, ਇੱਥੇ ਤੱਕ ਪਤਾ ਲੱਗ ਗਿਆ? ਓਕੇ। ਹੁਣ ਜਿਹੜੀ ਇਹ ਵੈਲਿਊ ਆ, ਇਹ ਲਿੰਕ ਕਿਹਦੇ ਨਾਲ ਕਰਨੀ ਆ? ਕਿ ਇਹਦੇ ਨਾਲ ਲਿੰਕ ਕਰਨੀ ਆ ਕਿ ਇਹਦੇ ਨਾਲ ਲਿੰਕ ਕਰਨੀ ਆ? ਹੁਣ ਇਸ ਚੀਜ਼ ਨੂੰ ਆਪਾਂ ਅੰਡਰਸਟੈਂਡ ਕਰਨਾ ਤਾਂ ਸਮਝਿਓ, I1 ਇਹਦੇ ਕੋਲ ਆ ਤੇ I1 ਹੀ ਇਹਦੇ ਕੋਲ ਆ, ਤਾਂ ਇਸ ਕਰਕੇ ਇਹਨਾਂ ਦੋਨਾਂ ਨੂੰ ਲਿੰਕ ਕਰੋ। ਮਤਲਬ ਤੁਹਾਨੂੰ ਮਿਊਚੁਅਲ ਇੰਡਕਟੈਂਸ ਕਿਹਦਾ ਨਿਕਲੂਗਾ, ਬਸ ਇਹ ਸਮਝਣਾ ਸੀ। ਮਿਊਚੁਅਲ ਇੰਡਕਟੈਂਸ ਕਿਹਦਾ ਨਿਕਲੂਗਾ? ਮਿਊਚੁਅਲ ਇੰਡਕਟੈਂਸ ਨਿਕਲੂਗਾ M21, ਕਿਉਂਕਿ I1 ਕੈਂਸਲ ਹੋਊਗਾ। ਇਕੁਅਲ ਕਿਹਦੇ ਕੋਲ ਆ ਗਿਆ? ਇਹ μ0, ਠੀਕ ਹੈ। N1 ਦੀ ਵੈਲਿਊ ਨੂੰ ਮੈਂ ਕਿੰਨਾ ਲਿਖੂੰਗਾ? ਹੁਣ ਦੇਖੋ, N1/L, ਠੀਕ ਹੈ ਨਾ, ਕਿਉਂਕਿ ਨੰਬਰ ਆਫ ਟਰਨਸ ਅਪॉन ਲੈਂਥ ਆ, × N2। ਆ ਲਿਖਤਾ ਪਹਿਲਾਂ ਮੈਂ, ਫਿਰ A ਲਿਖਤਾ, ਫਿਰ ਇੱਥੇ ਲਿਖਤਾ I1। ਤਾਂ I1 ਨਾਲ I1 ਕੈਂਸਲ ਆਊਟ ਹੋ ਗਿਆ। ਤਾਂ ਕਿਹਦੇ ਕੋਲ ਆ ਗਿਆ? ਦੇਖੋ, M21। ਸੋ ਮਿਊਚੁਅਲ ਇੰਡਕਟੈਂਸ ਜਿਹੜਾ ਸੈਕਿੰਡ ਦੇ ਉੱਪਰ ਫਸਟ ਨੇ ਆਫਰ ਕੀਤਾ, ਉਹਦੀ ਵੈਲਿਊ ਆ ਗਈ μ0 N1 N2 A/L। ਤੇ ਜਿਹੜਾ ਇਹ ਫਾਰਮੂਲਾ ਗਾ, ਇਹਦੇ ਵਿੱਚ ਆਪਾਂ એનર્ਜੀ ਲਾਸ ਨਹੀਂ ਮੰਨਦੇ। ਇਸ ਕਰਕੇ ਜਿੰਨਾ L1 ਦਾ ਗਾ, ਯਾਨੀ ਕਿ I1 ਦਾ I2 ਨਾਲ ਆ, ਓਨਾ ਹੀ I2 ਦਾ I1 ਨਾਲ ਆ। ਇਸ ਕਰਕੇ ਤੁਹਾਨੂੰ ਆਹ ਦੋਨੋਂ ਕੰਪੇਅਰ ਕਰਨ ਦੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੋਣੀ ਸੀ। એનર્ਜੀ ਲਾਸ ਨਹੀਂ ਮੰਨਦੇ, ਇਸ ਕਰਕੇ ਜਿਹੜਾ ਆਨਸਰ ਆ ਉਹ ਦੋਨਾਂ ਲਈ ਸੇਮ ਰਹੂਗਾ। ਯਾਨੀ ਕਿ ਜਿੰਨਾ M21 ਆ, ਓਨਾ ਹੀ M12 ਆਊਗਾ। ਤੁਸੀਂ ਇਹ M12 ਵਾਲਾ ਖੁਦ ਕਰਕੇ ਦੇਖਣਾ। M12 ਦੇ ਲਈ ਕੀ ਕਰੋਗੇ ਤੁਸੀਂ? ਤਾਂ ਉੱਥੇ ਆਊਗਾ N1 B2 A, ਠੀਕ ਹੈ। ਆਹ ਵੈਲਿਊ ਯੂਜ਼ ਕਰਕੇ ਉਹਨੂੰ ਇਹਦੇ ਨਾਲ ਇਕੁਅਲ ਕਰ ਦੇਣਾ। ਸਮਝ ਲੱਗੀ ਗੱਲ? ਤਾਂ ਇਸ ਤਰ੍ਹਾਂ ਇਹਨੂੰ ਸੋਲਵ ਕਰਨਾਗਾ। ਜੇ ਸਟਿਲ ਕੋਈ ਕਨਫਿਊਜ਼ਨ ਰਹਿ ਗਈ, ਤੁਸੀਂ ਇੱਕ ਵਾਰ ਫੇਰ ਵੀਡੀਓ ਦੇਖ ਲਿਓ। ਜੇ ਸਟਿਲ ਕੋਈ ਕਨਫਿਊਜ਼ਨ ਰਹਿ ਗਈ, ਮੈਨੂੰ ਦੱਸ ਦਿਓ, ਮੈਂ ਦੁਬਾਰਾ ਤੁਹਾਨੂੰ ਕੱਲ ਨੂੰ ਫੇਰ ਐਕਸਪਲੇਨ ਕਰ ਦੂੰਗਾ। ਪਰ ਇਹਨੂੰ ਕਲਿੱਕ ਕਰ ਲਓ ਪੁੱਤ ਇੱਕ ਵਾਰੀ। ਗੁੱਡ, ਥੈਂਕ ਯੂ ਬੇਟੇ। ਠੀਕ ਹੈ, ਚਲੋ ਅੱਜ ਲਈ ਇੰਨਾ ਹੀ ਬਹੁਤ ਆ ਪੁੱਤ। ਤੇ ਕੱਲ ਨੂੰ ਮੈਂ ਹੁਣ ਅਲਟਰਨੇਟਿੰਗ ਕਰੰਟ ਸ਼ੁਰੂ ਕਰਾਉਂਗਾ ਤੁਹਾਨੂੰ, ਠੀਕ ਹੈ। ਅਲਟਰਨੇਟਿੰਗ ਕਰੰਟ ਕੱਲ ਨੂੰ ਕਰਕੇ ਫਿਰ ਆਪਾਂ ਡਨ ਕਰਾਂਗੇ। ਪਰ ਮੈਂ ਆਹ ਵੀਡੀਓ ਤੁਹਾਨੂੰ ਪਹੁੰਚਦੀ ਕਰ ਦੂੰਗਾ ਕੱਲ ਤੋਂ ਪਹਿਲਾਂ, ਠੀਕ ਹੈ, ਤਾਂ ਕਿ ਤੁਹਾਡੀ ਕਲਾਸ ਜਿਹੜੀ ਆ ਉਹ ਨਾ ਹੋਵੇ, ਲਾਸ ਨਾ ਹੋਵੇ ਜੇ ਤੁਹਾਡਾ ਹੋਇਆ ਕੋਈ। ਠੀਕ ਹੈ, ਮਿਲਦੇ ਹਾਂ ਪੁੱਤ ਕੱਲ ਨੂੰ ਆਪਾਂ। ਥੈਂਕ ਯੂ ਸੋ ਮਚ ਬੇਟੇ।